किस तरह तरीके दसदे ने, किस तरह संसार तो पार भगजल चो पार होने दे तरीके दसदे कवीशरी जथा है। ऐं बयान ऐसे विरले ही आण जग ते जी, ऐसे विरले ही आण जग ते, भजन कर ज्ञानी बन दे त्यागी, भगत सदाण जग ते जी त्यागी, भगत सदाण जग ते। साधु जमदा ते मरदा ना जी, साधु जमदा ते मरदा ना, धरती ते भार पापां दा कोई साध बिना थमदा ना जी, कोई साध बिना थमदा ना। रब दे अवतारी जो जी, रब दे अवतारी जो, साध दे हुक्म विच है दिसे, सृष्टि ये सारी जो जी दिसे, सृष्टि ये सारी जो। दुख दुखियां दे कट जांदे जी, दुख दुखियां दे कट जांदे, ढोई फिर मिलेगी तो ना जी, जदों साधु मुख वट जांदे जी, जदों साधु मुख वट जांदे। चाहे फटे हुए कपड़े ने जी, चाहे फटे हुए कपड़े ने, छेड़ो ना फकीरां नू, फकीरां नू जी जेड़े रब ताई अपड़े ने जी, जेड़े रब ताई अपड़े ने। जग दे विच आम नहीं जी, जग दे विच आम नहीं, फकरां दी जात कोई ना जी, हुंदे किसे दे गुलाम नहीं जी, हुंदे किसे दे गुलाम नहीं। डर किसे दा भी रख दे ना जी, डर किसे दा भी रख दे ना, रहन विच दुनिया दे जी, दुनिया भी पख दे ना जी, दुनिया भी पख दे ना। जग तारण लियांदे ने जी, जग तारण लियांदे ने, हर हर जन एक है जी, ज्योति जोत समांदे ने जी, ज्योति जोत समांदे ने। ओह सदा ही जिਉਂਦੇ ने, ओह सदा ही जिਉਂਦੇ ने, ओह सदा ही जिਉਂਦੇ ने जी, ओह सदा ही जिਉਂਦੇ ने। गौण नू काल ताई ओ जी लोक, उन्हां ताई गाउंदे ने जी लोक, उन्हां ताई गाउंदे ने। पौड़ी धर्म दी जान लइए जी, पौड़ी धर्म दी जान लइए, सोने गुर जंट बैंकिया जी, लड़ साधुआं दा फड़ लइए जी, लड़ साधुआं दा फड़ लइए जी, लड़ साधुआं दा फड़ लइए। कवि कहंदा कदे मंत्रा नाल नहीं करे मसाल बलदी, तेल मुके तो दीवा हो गुल जावे। नाल मंत्रा नहीं मसाल बलदी, तेल मुके तो दीवा हो गुल जावे।
ਲੱਖ ਯਤਨ ਕਰੀਏ ਭਾਂਡੇ ਵਿੱਚ ਨਹੀਂ ਪੈਂਦਾ, ਜਿਹੜਾ ਦੁੱਧ ਦਰਿਆ ਵਿੱਚ ਡੁੱਲ ਜਾਵੇ। ਫੀਤਾ ਫੀਤਾ ਹੋ ਜਾਂਦੀ ਕਬੀਲਦਾਰੀ, ਜਦੋਂ ਗੰਢ ਇਤਫਾਕ ਦੀ ਖੁੱਲ ਜਾਵੇ। ਪਾਰਸ ਮਿਟ ਜਾਂਦੀ ਗਲਤ ਹਰਫ ਵਾਂਗੂ, ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ। ਜਿਹੜੀਆਂ ਕੌਮਾਂ ਦੇ ਕੋਲ ਆਪਣੇ ਵੱਡਿਆਂ ਦਾ ਸਰਮਾਇਆ ਨਾ, ਆਪਣੇ ਵੱਡਿਆਂ ਦਾ ਇਤਿਹਾਸ ਨਾ, ਉਹ ਗੁਰੂ ਪਿਆਰਿਓ ਉਹ ਕੌਮ ਕਦੇ ਕਿਸੇ ਤੋਂ ਮਕਾਇਆ ਨਹੀਂ ਮੁੱਕੀ। ਆਪ ਜਾਣਦੇ ਹੋ, ਇਤਿਹਾਸ ਤੋਂ ਜਾਣੂ ਹੋ, ਦਿੱਲੀ ਤੇ ਲਾਹੌਰ ਦੇ ਤਖਤ ਤੇ ਜਿੰਨੀਆਂ ਸਰਕਾਰਾਂ ਆਈਆਂ, ਇਹਨਾਂ ਸਿਰ ਤੋਂ ਪੈਰਾਂ ਤੌਰੀ ਜ਼ੋਰ ਲਾਇਆ ਕੌਮਾਂ ਨੂੰ ਖਤਮ ਕਰਨ ਵਾਸਤੇ। ਪਰ ਸਿੱਖ ਕੌਮ ਅੱਜ ਵੀ ਪ੍ਰਫੁੱਲਤ ਹੈ ਗੁਰੂ ਪਿਆਰੇ। ਕਿਉਂ ਕਿ ਇਹਨਾਂ ਕੋਲ ਆਪਣੇ ਵੱਡਿਆਂ ਦਾ ਸਰਮਾਇਆ ਹੈ, ਇਹਨਾਂ ਕੋਲ ਆਪਣੇ ਵੱਡਿਆਂ ਦਾ ਇਤਿਹਾਸ ਹੈ। ਜਿਹੜੀਆਂ ਕੌਮਾਂ ਕੋਲ ਆਪਣੇ ਵੱਡਿਆਂ ਦਾ ਇਤਿਹਾਸ ਨਹੀਂ ਨਾ, ਉਹ ਕੌਮਾਂ ਸਦਾ ਵਾਸਤੇ ਮਲੀਆ ਮੇਟ ਹੋ ਜਾਂਦੀਆਂ। ਆਓ ਇਤਿਹਾਸ ਦੀ ਲੜੀ ਆਰੰਭ ਕਰਾਂ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦੇ ਘਰ 3 ਸਾਹਿਬਜ਼ਾਦਿਆਂ ਦਾ ਜਨਮ ਹੋਇਆ। ਸਭ ਤੋਂ ਵੱਡੇ ਬਾਬਾ ਪ੍ਰਿਥੀ ਚੰਦ ਜੀ, ਛੋਟੇ ਮਹਾਦੇਵ ਜੀ ਤੇ ਸਭ ਤੋਂ ਛੋਟੇ ਅਰਜਨ ਦੇਵ, ਜਿਹੜੇ ਗੁਰੂ ਅਰਜਨ ਦੇਵ ਬਣੇ। ਹੁਣ ਸਤਿਗੁਰੂ ਮਹਾਰਾਜ ਅੰਮ੍ਰਿਤਸਰ ਸਾਹਿਬ ਦੀ ਉਸਾਰੀ ਕਰ ਰਹੇ ਨੇ। ਇਧਰ ਗੁਰੂ ਮਹਾਰਾਜ ਦੇ ਤਾਏ ਦਾ ਪੁੱਤਰ ਸਿਹਾਰੀ ਮੱਲ ਲਾਹੌਰ ਤੋਂ ਆਇਆ ਚੱਲ ਕੇ, ਤੇ ਚੌਥੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ, ਬੇਨਤੀ ਕੀਤੀ, ਭਰਾਤਾ ਜੀ ਮੇਰੇ ਪੁੱਤਰ ਦਾ ਵਿਆਹ ਹੈ, ਚਲੋ ਲਾਹੌਰ ਚਲੋ। ਚੌਥੇ ਪਾਤਸ਼ਾਹ ਮਹਾਰਾਜ ਨੇ ਆਪ ਲਾਹੌਰ ਜਾਣਾ ਨਾ ਪਸੰਦ ਕੀਤਾ, ਕਿਉਂਕਿ ਜੇ ਆਪ ਜਾਂਦੇ ਸਨ ਤੇ ਗੁਰਦੇਵ ਦੇ ਨਾਲ ਸੰਗਤਾਂ ਬਹੁਤ ਜਾਣ ਵਾਸਤੇ ਤਿਆਰ ਸਨ। ਸਤਿਗੁਰੂ ਮਹਾਰਾਜ ਨੇ ਪ੍ਰਿਥੀ ਚੰਦ ਨੂੰ, ਵੱਡੇ ਪੁੱਤਰ ਨੂੰ ਕੋਲ ਸੱਦਿਆ। ਕੋਲ ਸੱਦ ਕੇ ਹੁਕਮ ਕੀਤਾ, ਬੇਟਾ ਤੁਹਾਡੇ ਤਾਏ ਦੇ ਪੁੱਤਰ ਦੀ ਸ਼ਾਦੀ ਹੈ ਤੇ ਤੁਹਾਨੂੰ ਲਾਹੌਰ ਜਾਣਾ ਪਵੇਗਾ ਸ਼ਾਦੀ ਵਿੱਚ ਸ਼ਾਮਲ ਹੋਣ ਲਈ। ਪ੍ਰਿਥੀ ਚੰਦ ਨੀਤ ਦਾ ਮਾੜਾ ਸੀ ਗੁਰੂ ਪਿਆਰਿਓ, ਬੇਈਮਾਨ ਸੀ, ਗੁਰੂ ਘਰ ਵਿੱਚ ਬੇਈਮਾਨੀ ਕਰਦਾ ਸੀ। ਇਹਨੇ ਸੋਚਿਆ ਜੇ ਮੈਂ ਚਲੇ ਗਿਆ ਲਾਹੌਰ ਤੇ ਪਿਤਾ ਅਰਜਨ ਦੇਵ ਨੂੰ ਕੋਲ ਬਹਾ ਕੇ ਸਿੱਖਿਆ ਦਿੰਦੇ ਨੇ, ਗੋਦੀ ਵਿੱਚ ਬਿਠਾਉਂਦੇ ਨੇ, ਕਿਤੇ ਇਹ ਨਾ ਹੋਵੇ ਮੇਰੇ ਜਾਣ ਤੋਂ ਬਾਅਦ ਗੁਰਤਾ ਗੱਦੀ ਦਾ ਵਾਰਸ ਅਰਜਨ ਦੇਵ ਬਣ ਜਵੇ। ਇਹ ਨੀਤ ਦਾ ਕੋਝਾ ਸੀ। ਕਹਿਣ ਲੱਗਾ, ਪਿਤਾ ਜੀ ਤੁਹਾਨੂੰ ਨਹੀਂ ਪਤਾ, ਆਈ ਗਈ ਸੰਗਤ ਦੀ ਸੰਭਾਲ ਮੈਂ ਕਰਦਾ, ਲੰਗਰ ਪਾਣੀ ਮੈਂ ਛਕਾਉਂਦਾ, ਆਇਆ ਦਸਵੰਧ ਲੋਕਾਂ ਤੋਂ ਮੈਂ ਲੈਂਦਾ, ਤੇ ਜੇ ਮੈਂ ਚਲੇ ਗਿਆ ਲਾਹੌਰ ਨੂੰ ਤੇ ਆਈ ਹੋਈ ਸੰਗਤ ਨੂੰ ਕੌਣ ਸੰਭੂਗਾ? ਮੈਂ ਲਾਹੌਰ ਨਹੀਂ ਜਾਣਾ। ਸਤਿਗੁਰੂ ਗੁਰੂ ਮਹਾਰਾਜ ਗੁਰੂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਨੇ, ਮਹਾਦੇਵ ਜਿਹੜਾ ਨਿਰਪੱਖ ਸੀ, ਜਿਹੜਾ ਦੇਸ਼ ਸੰਸਾਰ ਨਾਲ ਕੋਈ ਲਗਾਵ ਨਹੀਂ ਸੀ ਰੱਖਦਾ, ਇਹ ਗੁਰੂ ਮਹਾਰਾਜ ਨੇ ਅਰਜਨ ਦੇਵ ਨੂੰ ਕੋਲ ਸੱਦਿਆ, ਹੁਕਮ ਕੀਤਾ, ਬੇਟਾ ਤੇਰੇ ਤਾਏ ਦੇ ਪੁੱਤਰ ਦੀ ਸ਼ਾਦੀ ਹੈ, ਤੂੰ ਲਾਹੌਰ ਜਾਣਾ। ਗੁਰਦੇਵ ਪਿਤਾ ਨੂੰ ਨਮਸਕਾਰ ਕੀਤੀ ਤੇ ਕਹਿਣ ਲੱਗਾ, ਪਿਤਾ ਜੀ ਇਹ ਤੇ ਸ਼ਾਦੀ ਦਾ ਸਮਾਗਮ ਹੈ, ਜੇ ਕਿਤੇ ਮੌਤ ਵਰਨ ਵਾਸਤੇ ਵੀ ਹੁਕਮ ਦਿੰਦੇ ਤੇ ਮੈਂ ਜਾਣ ਲਈ ਤਿਆਰ ਹਾਂ, ਮੇਰੇ ਸਿਰ ਮੱਥੇ ਤੇ ਹੁਕਮ ਹੈ ਤੁਹਾਡਾ। ਸਤਿਗੁਰੂ ਮਹਾਰਾਜ ਨੂੰ ਕੀਤੀ ਨਮਸਕਾਰ ਤੇ ਅਰਜਨ ਦੇਵ ਲਾਹੌਰ ਜਾਣ ਲਈ ਤਿਆਰ ਹੋਇਆ। ਚੌਥੇ ਪਾਤਸ਼ਾਹ ਮਹਾਰਾਜ ਨੇ ਨਾਲ ਹੁਕਮ ਲਿਖ ਦਿੱਤਾ, ਕਹਿਣ ਲੱਗੇ ਜਿੰਨਾ ਚਿਰ ਅਸੀਂ ਤੁਹਾਨੂੰ ਸੱਦੀਏ ਨਾ ਉਹਨਾਂ ਚਿਰ ਤੁਸੀਂ ਅੰਮ੍ਰਿਤਸਰ ਨਹੀਂ ਆਉਣਾ, ਲਾਹੌਰ ਰੁਕਣਾ ਹੈ। ਸਤਿਗੁਰੂ ਮਹਾਰਾਜ ਨੂੰ ਨਵਾ ਕੇ ਸੀਸ ਗੁਰੂ ਅਰਜਨ ਦੇਵ ਮਹਾਰਾਜ ਲਾਹੌਰ ਚਲੇ ਗਏ। ਸ਼ਾਦੀ ਦਾ ਕੰਮ ਸਾਰਾ ਸਮਾਪਤ ਹੋਇਆ, ਪਰ ਗੁਰੂ ਪਿਤਾ ਵੱਲੋਂ ਕੋਈ ਚਿੱਠੀ ਪੱਤਰ ਨਾ ਗਿਆ। ਉਹ ਇਤਿਹਾਸ ਵਿੱਚ ਲਿਖਿਆ 3 ਮਹੀਨੇ ਗੁਰੂ ਅਰਜਨ ਦੇਵ ਮਹਾਰਾਜ ਲਾਹੌਰ ਸੰਗਤਾਂ ਵਿੱਚ ਉਪਦੇਸ਼ ਕਰਦੇ ਰਹੇ, ਸੰਗਤਾਂ ਨੂੰ ਉਤਾਰਦੇ ਰਹੇ, ਪਰ ਪਿਤਾ ਗੁਰਦੇਵ ਵੱਲੋਂ ਕੋਈ ਹੁਕਮ ਨਾ ਗਿਆ। ਸਤਿਗੁਰੂ ਮਹਾਰਾਜ ਨੇ ਇੱਕ ਚਿੱਠੀ ਲਿਖੀ, ਜਿਹੜੀ ਮਾਝ ਦੀ ਰਾਗ ਵਿੱਚ ਲਿਖੀ ਹੋਈ ਹੈ, ਦਰਜ ਹੈ ਗੁਰੂ ਮਹਾਰਾਜ ਦੇ ਵਿੱਚ। ਚਿੱਠੀ ਲਿਖੀ ਆਪਣੇ ਪਿਤਾ ਵੱਲੇ ਤੇ ਕਾਹਤ ਨੂੰ ਦੇ ਕੇ ਚਿੱਠੀ, ਕਹਿਣ ਲੱਗਾ ਚਿੱਠੀ ਮੇਰੇ ਪਿਤਾ ਨੂੰ ਦੇ ਦਿਓ। ਕਾਹਤ ਲੈ ਕੇ ਚਿੱਠੀ ਅੰਮ੍ਰਿਤਸਰ ਦੀ ਧਰਤੀ ਤੇ ਆਇਆ। ਉਹ ਪਿਰਥੀਆ ਅੱਗੇ ਮਿਲ ਗਿਆ। ਜਦੋਂ ਕਾਹਤ ਨੇ ਪੁੱਛਿਆ ਤੇ ਪਿਰਥੀਆ ਕਹਿਣ ਲੱਗਾ ਕੋਈ ਗੱਲ ਨਹੀਂ, ਚਿੱਠੀ ਮੈਨੂੰ ਦੇ ਦਿੱਤੀ ਜਾਵੇ, ਮੈਂ ਪਿਤਾ ਗੁਰਦੇਵ ਨੂੰ ਦੇ ਦੇਵਾਂਗਾ। ਉਹ ਚਿੱਠੀ ਦੇ ਕੇ ਵਾਪਸ ਚਲੇ ਗਿਆ, ਪਰ ਚਿੱਠੀ ਪਿਤਾ ਗੁਰਦੇਵ ਤੱਕ ਨਹੀਂ ਪਹੁੰਚੀ। ਦੂਸਰੀ ਚਿੱਠੀ ਗੁਰਦੇਵ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਨੇ ਫੇਰ ਲਿਖੀ, ਉਹ ਵੀ ਚਿੱਠੀ ਪ੍ਰਿਥੀ ਚੰਦ ਨੇ ਰਸਤੇ ਵਿੱਚ ਲੈ ਲਈ। ਗੁਰੂ ਪਿਆਰਿਓ, ਹੁਣ ਗੁਰਦੇਵ ਪਿਤਾ ਨੇ ਤੀਸਰੀ ਚਿੱਠੀ ਲਿਖੀ ਤੇ ਤੀਸਰਾ ਅੰਕ ਪਾ ਕੇ ਕਾਹਤ ਨੂੰ ਪੱਕੀ ਕਰ ਦਿੱਤੀ। ਕਹਿਣ ਲੱਗਾ ਮੇਰੇ ਪਿਤਾ ਤੋਂ ਬਿਨਾਂ ਰਸਤੇ ਵਿੱਚ ਕੋਈ ਵੀ ਮਿਲੇ ਇਹ ਚਿੱਠੀ ਨਹੀਂ ਦੇਣੀ, ਚਿੱਠੀ ਮੇਰੇ ਪਿਤਾ ਤੱਕ ਪਹੁੰਚਣੀ ਚਾਹੀਦੀ ਹੈ। ਲੈ ਕੇ ਚਿੱਠੀ ਕਾਹਤ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਵਿੱਚ ਪਹੁੰਚਾ, ਨਮਸਕਾਰ ਕਰਕੇ ਚਿੱਠੀ ਦਿੱਤੀ। ਉੱਤੇ ਤੀਸਰਾ ਅੰਕ ਪਿਆ ਹੋਇਆ ਸੀ,
ਉਸੇ ਵੇਲੇ ਗੁਰਦੇਵ ਪਿਤਾ ਨੇ ਸਿੱਖਾਂ ਨੂੰ ਸੱਦ ਘੱਲਿਆ ਕਿ ਅਰਜਨ ਦੇਵ ਨੂੰ ਲਾਹੌਰ ਤੋਂ ਲਿਆਂਦਾ ਜਾਵੇ। ਪਿਤਾ ਦੇ ਦਰਬਾਰ ਵਿੱਚ ਆਇਆ। 3 ਚਿੱਠੀਆਂ ਜਦੋਂ ਪਿਤਾ ਨੂੰ ਦੱਸੀਆਂ ਗਈਆਂ ਤੇ ਪ੍ਰਿਥਵੀ ਚੰਦ ਨੂੰ ਪੁੱਛਿਆ, ਭਾਈ ਪ੍ਰਿਥਵੀ ਚੰਦ ਤੂੰ ਰਸਤੇ ਵਿੱਚ ਚਿੱਠੀਆਂ ਲੈ ਲਈਆਂ, ਉਹ ਚਿੱਠੀਆਂ ਕਿੱਥੇ ਨੇ? ਕਹਿਣ ਲੱਗਾ, ਪਿਤਾ ਜੀ ਆਹ ਚਿੱਠੀਆਂ ਦੀ ਗੱਲ ਕਰਦੇ ਹੋ, ਇਹ ਤੇ ਮੈਂ ਆਪ ਲਿਖੀਆਂ ਨੇ। ਚੌਥੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਕੋਈ ਗੱਲ ਨਹੀਂ ਪ੍ਰਿਥਵੀ ਚੰਦ, ਜੇ ਤੂੰ ਲਿਖਿਆ ਤੇ ਅਜੇ ਬਾਣੀ ਸੰਪੂਰਨ ਨਹੀਂ ਹੋਈ। 3 ਅੰਕ ਨੇ, ਚੌਥਾ ਅੰਕ ਉਚਾਰ ਕਰਨਾ ਹੈ, ਸੰਗਤ ਵਿੱਚ ਖੜੋ ਕੇ ਉਚਾਰ ਦੇ। ਅਸੀਂ ਮੰਨ ਲਾਂਗੇ ਚਿੱਠੀਆਂ ਤੂੰ ਲਿਖੀਆਂ। ਗੁਰੂ ਪਿਆਰਿਓ, ਝੂਠ ਕਿੰਨਾ ਚਿਰ ਛੁਪਾਇਆ ਜਾ ਸਕਦਾ? ਪ੍ਰਿਥਵੀ ਨੂੰ ਕੁਝ ਨਾ ਲਿਖਣਾ ਆਇਆ। ਮਹਾਰਾਜ ਚੌਥੇ ਪਾਤਸ਼ਾਹ ਮਹਾਰਾਜ ਨੇ ਅਰਜਨ ਦੇਵ ਵੱਲੇ ਸਹਾਰਾ ਕੀਤਾ। ਸੰਗਤ ਵਿੱਚ ਖੜੋ ਕੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ, ਜਿਹੜੇ ਉਸ ਟਾਈਮ ਅਰਜਨ ਦੇਵ ਸਨ, ਗੁਰੂ ਨਹੀਂ ਸਨ, ਉਹਨਾਂ ਨੇ ਚੌਥਾ ਅੰਕ ਉਚਾਰਨ ਕੀਤਾ, ਭਾਗ ਹੋਆ ਗੁਰ ਸੰਤ ਮਲਾਇਆ, ਪ੍ਰਭ ਅਬਨਾਸੀ ਘਰ में पाया, सेव करी पल चसन न विछड़ा, जन नानक दास तुम्हारे जियो, हाँ कोली जियो कोल कमाई, जन नानक दास तुम्हारे जियो रहाओ। चौथा अंक उच्चारण कर दिता। गुरदेव पिता ने उस वेले हुक्म कर दिता, गुरियाई दा वारस अर्जन देव होएगा। ਪ੍ਰਿਥਵੀ ਚੰਦ ਸੜਨ ਜੋਗਾ ਰਹਿ ਗਿਆ। ਗੁਰਦੇਵ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਨੂੰ ਨਾਲ ਲੈ ਕੇ ਗੋਇੰਦਵਾਲ ਦੀ ਧਰਤੀ ਤੇ ਆਏ ਨੇ। ਗੋਇੰਦਵਾਲ ਦੀ ਧਰਤੀ ਤੇ ਚੌਥੇ ਪਾਤਸ਼ਾਹ ਮਹਾਰਾਜ ਨੇ ਸਰੀਰ ਛੱਡਿਆ। ਬਾਬਾ ਬੁੱਢਾ ਜੀ ਨੂੰ ਹੁਕਮ ਕੀਤਾ ਕਿ ਗੁਰਿਆਈ ਦਾ ਤਿਲਕ ਇਹ ਅਰਜਨ ਦੇਵ ਨੂੰ ਦੇ ਦਿੱਤਾ ਜਾਵੇ। ਹੁਣ ਪ੍ਰਿਥਵੀ ਚੰਦ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਅਰਜਨ ਦੇਵ ਗੁਰਿਆਈ ਸਾਹਮਣੇ ਮਾਰੇ ਪਿਤਾ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗੋਇੰਦਵਾਲ ਦੀ ਧਰਤੀ ਤੇ। ਪਰ ਇਹਦਾ ਕਿਸੇ ਨੇ ਰੌਲਾ ਨਹੀਂ ਸੁਣਿਆ। ਹੁਣ ਜਦੋਂ ਗੁਰਿਆਈ ਦੀ ਪੱਗ ਬੰਨਣੀ ਸੀ, ਬਾਬਾ ਬੁੱਢਾ ਜੀ 2 ਪੱਗਾਂ ਲੈ ਕੇ ਆਇਆ, ਇੱਕ ਪੁੱਤਰ ਪਰਖੀ, ਇੱਕ ਗੁਰਿਆਈ ਪੁਰਖੀ। ਪ੍ਰਿਥਵੀ ਚੰਦ ਨੂੰ ਪੁੱਤਰ ਵਾਲੀ ਪੱਗ ਦੇ ਦਿੱਤੀ ਗਈ ਤੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਗੁਰਿਆਈ ਦੀ ਪੱਗ ਦੇਣ ਲੱਗੇ, ਉਹ ਵੀ ਪ੍ਰਿਥਵੀ ਚੰਦ ਨੇ ਖੋਹ ਲਈ। ਗੁਰੂ ਅਰਜਨ ਦੇਵ ਮਹਾਰਾਜ ਨੇ ਗਿਲਾ ਨਹੀਂ ਕੀਤਾ। ਹੁਣ ਪ੍ਰਿਥਵੀ ਚੰਦ ਗੁਰੂ ਘਰ ਦੇ ਨਾਲ ਈਰਖਾ ਕਰਨ ਲੱਗਾ। ਗੁਰੂ ਪਿਆਰਿਓ, ਆਈ ਗਈ ਸੰਗਤ ਦੀ ਭੇਟਾ ਰਸਤੇ ਵਿੱਚ ਰੋਕਣ ਲੱਗਾ, ਲੰਗਰ ਮਸਤਾਨਾ ਹੋਣ ਲੱਗਿਆ। ਗੁਰੂ ਅਰਜਨ ਦੇਵ ਮਹਾਰਾਜ ਦੇ ਸੇਵਕ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਆਦਿ ਸਿੱਖਾਂ ਨੇ ਸੰਗਤਾਂ ਨੂੰ ਪ੍ਰੇਰਿਤ ਕਰਕੇ ਗੁਰੂ ਘਰ ਵਿੱਚ ਲਿਆਉਣਾ ਸ਼ੁਰੂ ਕੀਤਾ। ਲੰਗਰ ਫਿਰ ਜਾਰੀ ਹੋਣ ਲੱਗੇ। इधर ਪ੍ਰਿਥਵੀ ਚੰਦ साड़े दे मारे ने हेर पिंड जाके डेरा किया। हेर पिंड जाके इन्हें पट्ठे ला दिते। ये पहुंचा लाहौर, सुली खान दे कोल 10,000 रुपया रोज का देना करके सुली नूं चाढ़ के लेके आया कि अर्जन देव नूं खत्म कर दिता जावे। गुरु प्यारो, लोग कहिंदे भरा भरा दी बाह हुंदे ने, पर जे भरा नाल भरा दी विगड़ जे ते इहदे नालों वड्डा दुश्मन भी कोई नहीं हो सकता। ਪ੍ਰਿਥਵੀ ਚੰਦ ने दिल विच ठान ली कि मैं अर्जन देव नूं जींदा नहीं रहन देवांगा। गुरु के पुत्र ने दोवें, ये दोवें भरा ने। वड्डा भरा छोटे नूं मारना चाहुंदा। सुली खान चढ़ के आया। जदों पट्ठे वेखण वास्ते हेर पिंड रुकिया, घोड़ा बेकाबू होया, पट्ठे ते चढ़ गया ते सुली खान सड़ के सुआह हो गया। ਇਹਦੇ ਭਰਾ ਸੁਲਭੀ ਨੂੰ ਜਾ ਕੇ ਚੁੱਕਿਆ। ਤੇਰੇ ਭਰਾ ਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੀ ਤਾਕਤ ਵਿਦਿਆ ਦੇ ਨਾਲ ਖਤਮ ਕਰ ਦਿੱਤਾ। ਸੁਲਭੀ ਖਾਨ ਤਿਆਰ ਹੋਣ ਲੱਗਾ, पेट में सूल होया। गुरु प्यारे, वो लाहौर ही खत्म हो गया। सतगुरु महाराज तक कोई पहुंच के ना आया। दूसरे पासे चंदू दवान जी दी लड़की जवान सी, इन्हें लागिया नूं भेजिया कि चंगा वर मेरी वजीरी दे मुताबिक तू लभ के आना है। उदों गुरु प्यारे लागी बहरा ते नाई जाया करते सन। अज वाला समा नहीं। ये लभदे लभाउंदे कई जगह ते पहुंचे, जिथे लड़का चंगा मिलता उत्थे कमाई वाला नहीं। ये पहुंचे ने श्री अमृतसर साहब, गुरु महाराज दा लगा दरबार, मत्था टेकिया। सतगुरु महाराज दा साहिबजादा गुरु हरगोबिंद साहिब महाराज सामने बैठा। सिखां नूं पुछया, ये बच्चा कौन है? संगतां ने दस्सिया, पंचम पातशाह गुरु अर्जन देव महाराज दे साहिबजादे हरगोबिंद ने। उस वेले पंचम पातशाह महाराज दे कोल पहुंचे नाई ते मेहरा। कहन लगे, महाराज जे तुहाडा हुक्म होवे ते चंदू दवान दी लड़की दा रिश्ता तुहाडे साहिबजादे नूं कर दईए। सतगुरु महाराज कहंदे, जी आया जी, आयो तो कर दिओ। हुणे हां करके पहुंचे ने लाहौर। जाके चंदू दवान नूं कहन लगे, तेरी लड़की वास्ते असीं रिश्ता लभ आए आ। चंदू दवान ने पूछया, केड़ा? कहन लगे, दुनिया दे मालक सोढ़ी पातशाह गुरु रामदास महाराज, उन्हां दा साहिबजादा हरगोबिंद, ओनूं तुहाडी सपुत्री दा रिश्ता कर आए आ। इन्हें वडियाई जताउण दे मारे कह दिता, वो चबारे दी इट
ਇੱਕ ਮੋਰੀ ਵਿੱਚ ਲਾ ਦਿੱਤੀ। ਉਹ ਗੁਰੂ ਘਰ ਦੀਆਂ ਉਹ ਸੰਗਤਾਂ ਦੀਆਂ ਗਰਾਈਆਂ ਖਾਣ ਵਾਲਾ ਤੇ ਮੈਂ ਇੱਕ ਵਜ਼ੀਰ। ਤੁਹਾਨੂੰ ਸ਼ਰਮ ਨਾ ਆਈ? ਮੇਰੀ ਲੜਕੀ ਦਾ ਰਿਸ਼ਤਾ ਉੱਥੇ ਇੱਕ ਸਾਧੂ ਦੀ ਪੁੱਤਰ ਦੇ ਨਾਲ ਕਰ ਆਇਓ। ਇੱਥੇ ਸੰਗਤਾਂ ਨੇ ਸੁਣਿਆ ਚੰਦੂ ਦੀਵਾਨ ਦੇ ਬੋਲਾਂ ਨੂੰ, ਚਿੱਠੀ ਲਿਖੀ। ਇਧਰ ਚੰਦੂ ਦੀਵਾਨ ਦੇ ਲਾਗੀ ਆਏ ਨੇ ਸਤਿਗੁਰੂ ਮਹਾਰਾਜ ਦੇ ਸਾਹਿਬਜ਼ਾਦੇ ਨੂੰ ਰਿਸ਼ਤਾ ਕਰਨ ਵਾਸਤੇ। ਦੂਸਰੇ ਪਾਸੇ ਚਿੱਠੀ ਗੁਰੂ ਕੀ ਸੰਗਤ ਦੀ ਪਹੁੰਚ ਗਈ, ਲਾਹੌਰ ਦੀ ਸੰਗਤ ਦੀ। ਉਹਦੇ ਤੇ ਲਿਖਿਆ ਸੀ, ਪਾਤਸ਼ਾਹ ਜੇ ਸੰਗਤ ਦਾ ਹੁਕਮ ਤੁਸੀਂ ਮੰਨਦੇ ਹੋ ਤੇ ਚੰਦੂ ਹੰਕਾਰੀ ਦੀ ਲੜਕੀ ਦਾ ਰਿਸ਼ਤਾ ਨਹੀਂ ਲਿਆ ਜਾਵੇਗਾ। ਇਹ ਗੁਰੂ ਘਰ ਨੂੰ ਇੱਕ ਮੋਰੀ ਦੱਸਦਾ ਤੇ ਆਪਣੇ ਆਪ ਨੂੰ ਚਵਾਰਾ ਦੱਸਦਾ ਏ। ਸਤਿਗੁਰੂ ਮਹਾਰਾਜ ਨੇ ਚਿੱਠੀ ਵਾਚੀ, ਸੰਗਤ ਵਿੱਚ ਸੁਣਾਈ। ਉਹ ਨਾਈ ਤੇ ਮਹਿਰਾ ਆਏ ਨੇ ਸਗਨ ਲੈ ਕੇ। ਸਤਿਗੁਰੂ ਮਹਾਰਾਜ ਨੇ ਮੂੰਹ ਤੋੜਵਾ ਜਵਾਬ ਦਿੱਤਾ, ਕਹਿਣ ਲੱਗੇ, ਭਾਈ ਸੰਗਤ ਨੇ ਕਹਿ ਦਿੱਤਾ ਤੇ ਸੰਗਤ ਦਾ ਹੁਕਮ ਸਾਡੇ ਸਿਰ ਮੱਥੇ, ਅਸੀਂ ਮੰਨਣ ਲਈ ਤਿਆਰ ਨਹੀਂ। ਉਹ ਵੱਡਾ ਤੇ ਵੱਡਿਆਂ ਨਾਲ ਮੱਥਾ ਲਾਵੇ, ਅਸੀਂ ਆਪ ਤੋਂ ਛੋਟਿਆਂ ਨਾਲ ਮੱਥਾ ਲਾ ਲਵਾਂਗੇ। ਚੰਦੂ ਦੀਵਾਨ ਵੀ ਸਤਿਗੁਰੂ ਮਹਾਰਾਜ ਨਾਲ ਈਰਖਾ ਕਰਦਾ ਸੀ। ਚੰਦੂ ਦੀਵਾਨ ਦੇ ਕੋਲ ਪਹੁੰਚਿਆ ਪ੍ਰਿਥੀ ਚੰਦ, ਇੱਕ ਭਗਤ ਕੰਨ, ਇਹ ਤਿੰਨ ਜਾਨੇ ਰਲ ਕੇ ਜਹਾਂਗੀਰ ਬਾਦਸ਼ਾਹ ਦੇ ਕੋਲ ਪਹੁੰਚੇ ਨੇ। ਜਾ ਕੇ ਜਹਾਂਗੀਰ ਬਾਦਸ਼ਾਹ ਦੇ ਕੰਨ ਭਰਨੇ ਸ਼ੁਰੂ ਕੀਤੇ। ਕਹਿਣ ਲੱਗੇ, ਬਾਦਸ਼ਾਹ ਜਿਹੜਾ ਅਰਜਨ ਦੇਵ ਅੰਮ੍ਰਿਤਸਰ ਦੀ ਧਰਤੀ ਤੇ ਬੈਠਾ ਨਾ, ਉਹਨਾਂ ਨੇ ਇੱਕ ਬਾਣੀ ਦਾ ਜਹਾਜ਼ ਬਣਾਇਆ, ਜਿਹਨੂੰ ਕਹਿੰਦਾ ਬਾਣੀ ਦਾ ਜਹਾਜ਼। ਉਹਦੇ ਵਿੱਚ ਮੁਸਲਮਾਨ ਦੀ ਸਿਫਤ ਨਹੀਂ ਲਿਖੀ, ਮੁਸਲਮਾਨ ਨੂੰ ਮਾੜਾ ਦੱਸਿਆ ਗਿਆ। ਆ ਪ੍ਰਿਥੀ ਚੰਦ ਦਾ ਗੋਟਾ ਗੱਦੀ ਤੇ ਹੱਕ ਸੀ, ਉਹਨਾਂ ਧੱਕੇ ਨਾਲ ਸਾਂਭ ਲਿਆ ਤੇ ਮੇਰੀ ਲੜਕੀ ਦਾ ਰਿਸ਼ਤਾ ਉਹਨਾਂ ਨਾ ਕਰ ਦਿੱਤੀ, ਕਹਿੰਦੇ ਨਹੀਂ ਲੈਣਾ। ਤੇ ਤੁਹਾਨੂੰ ਵੀ ਮਾੜਾ ਦੱਸਦਾ, ਤੁਹਾਡਾ ਪੁੱਤਰ ਖੁਸਰੋ ਜਦੋਂ ਬਗਾਵਤ ਕਰਕੇ ਗੋਂਦਵਾਲ ਦੀ ਧਰਤੀ ਤੇ ਪਹੁੰਚਿਆ ਸੀ, ਉਹਨਾਂ ਨੇ ਕੋਲ ਬਹਾ ਕੇ ਉਹਨੂੰ ਲੰਗਰ ਛਕਾਇਆ, ਪੈਸੇ ਦਿੱਤੇ ਤੇ ਗੁਰਿਆਈ ਦਾ ਤਿਲਕ ਲਾਇਆ। ਕੰਨਾਂ ਦੇ ਕੱਚੇ ਬਾਦਸ਼ਾਹ, ਅੱਖਾਂ ਦੇ ਅੰਨੇ ਬਾਦਸ਼ਾਹ ਨੇ ਚਿੱਠੀ ਲਿਖੀ ਚੰਦੂ ਦੀਵਾਨ ਤੇ ਪ੍ਰਿਥੀ ਦੀਆਂ ਗੱਲਾਂ ਵਿੱਚ ਆ ਕੇ ਪੰਚਮ ਪਾਤਸ਼ਾਹ ਵੱਲੇ। ਉਹ ਲੈ ਕੇ ਚਿੱਠੀ, ਉਹਨਾਂ ਦਾ ਹੰਕਾਰਾ ਜਦੋਂ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚਿਆ ਤੇ ਲਿਖਿਆ ਸੀ, ਮਹਾਰਾਜ ਤੁਸੀਂ ਮੇਰੇ ਕੋਲ ਆਓ, ਮੈਂ ਤੁਹਾਡੇ ਨਾਲ ਕੁਝ ਚੰਦ ਗੱਲਾਂ ਕਰਨੀਆਂ ਨੇ। ਜੇ ਤੇ ਆਹ ਗੱਲਾਂ ਤੁਸੀਂ ਮੰਨ ਲਓ ਤੇ ਠੀਕ ਹੈ, ਨਹੀਂ ਤੇ 2 ਲੱਖ ਰੁਪਇਆ ਜੁਰਮਾਨਾ ਸਰਕਾਰ ਵਜੋਂ ਤੁਹਾਨੂੰ ਕੀਤਾ ਜਾਂਦਾ, ਉਸ ਸ਼ਾਹੀ ਖਜ਼ਾਨੇ ਵਿੱਚ ਜਮ੍ਹਾਂ ਕਰਨਾ ਪਵੇਗਾ। ਸਤਿਗੁਰੂ ਮਹਾਰਾਜ ਨੇ ਚਿੱਠੀ ਵਾਚੀ, ਸੰਗਤ ਨੂੰ ਸੁਣਾਈ। ਹਰਗੋਬਿੰਦ ਨੂੰ ਕੋਲ ਸੱਦ ਕੇ ਹੁਕਮ ਕੀਤਾ, ਬੇਟਾ ਜ਼ਾਲਮ ਸਰਕਾਰ ਪ੍ਰੇਮ ਨਾਲ ਮੰਨਣ ਵਾਲੀ ਨਹੀਂ। ਪਹਿਲੇ ਗੁਰੂ ਨਾਨਕ ਤੋਂ ਲੈ ਕੇ ਚੌਥੇ ਪਾਤਸ਼ਾਹ ਤੱਕ ਸ਼ਾਂਤਮਈ ਜੰਗੇ ਸਰਕਾਰਾਂ ਨਾਲ ਹੁੰਦੇ ਆਏ ਤੇ ਅਸੀਂ ਚੱਲੇ ਆਂ ਲਾਹੌਰ, ਸ਼ਾਂਤਮਈ ਸ਼ਹੀਦੀ ਦੇਾਂਗੇ। ਜੇ ਪਾਪੀ ਦਿਲ ਨਾ ਪਸੀਜਿਆ ਤੇ ਯਾਦ ਰੱਖੀ ਬੇਟਾ, ਫਿਰ ਤਲਵਾਰ ਚੁੱਕਣੀ ਪਵੇਗੀ। ਉਹਨਾਂ ਚਿਰ ਜ਼ਾਲਮ ਨਾਲ ਲੜਦਾ ਰਹਿਣਾ ਜਿੰਨਾ ਚਿਰ ਜਾਂ ਤੇ ਜ਼ੁਲਮ ਨਾ ਖਤਮ ਹੋ ਜਾਏ ਤੇ ਜ਼ਾਲਮ ਨਾ ਖਤਮ ਹੋ ਜਾਏ। ਪੰਚਮ ਪਾਤਸ਼ਾਹ ਮਹਾਰਾਜ ਹੋਏ ਨੇ ਤਿਆਰ, ਸੰਗਤਾਂ ਵਿਰਾਗ ਵਿੱਚ ਆਈਆਂ, ਅੱਖਾਂ 'ਚੋਂ ਹੰਝੂ ਆ ਰਹੇ ਨੇ। ਸਤਿਗੁਰੂ ਮਹਾਰਾਜ ਫੇਰ ਕਿਦੋਂ ਮਿਲੋਗੇ? ਪੰਚਮ ਪਾਤਸ਼ਾਹ ਮਹਾਰਾਜ ਕਹਿੰਦੇ ਲਾਹੌਰ ਜਾਵਾਂਗੇ, ਸੀਸ ਦਾ ਬਲੀਦਾਨ ਦੇ ਦੇਵਾਂਗੇ ਤੇ ਜ਼ਾਲਮ ਦੀ ਜੜ੍ਹਾਂ ਤੋਂ ਪੁੱਟ ਦੇਵਾਂਗੇ। ਜਿਸ ਤਰ੍ਹਾਂ ਪੰਚਮ ਪਾਤਸ਼ਾਹ ਮਹਾਰਾਜ ਅੰਮ੍ਰਿਤਸਰ ਦੀ ਧਰਤੀ ਤੋਂ ਲਾਹੌਰ ਨੂੰ ਜਾਣ ਵੇਲੇ ਸਿੰਘਾਂ ਨੂੰ ਸੰਬੋਧਨ ਕਰਕੇ ਉਪਦੇਸ਼ ਦੇ ਰਹੇ ਨੇ, ਕਵੀਸ਼ਰੀ ਜਥਾ ਹੈ ਐਉਂ ਕੀਤੀਆ ਸਿੰਘਾਂ ਨੇ ਜਦੋਂ ਅਰਜੋਈ ਜੀ, ਹੋ ਕੇ ਤੈਨ ਸੰਗਤਾਂ ਕਤਲਾਬਪੁਰ ਨੂੰ ਤਿਆਰੀ ਹੋਈ ਜੀ, ਗੁਰਾਂ ਨੂੰ ਕਹਿਣ ਸੰਗਤਾਂ। ਉਹ ਕਹਿੰਦੇ ਬਾਦਸ਼ਾਹੀ ਨੂੰ ਆਸਾਂ ਨੇ ਕੱਟਣਾ, ਨੀਹਾਂ ਨੂੰ ਕਾਲ ਕੇ ਰਾਜ ਹੈ ਮਲੇਸ਼ਾਂ ਦਾ ਜਿਹੜਾ ਚੋਂ ਪਟਣਾ, ਲਾਹੌਰ ਸੀਸ ਵਾਰ ਕੇ। ਕੀਤੀਆ ਸਿੰਘਾਂ ਨੇ ਜਦੋਂ ਅਰਜੋਈ ਜੀ, ਹੋ ਕੇ ਤੈਨ ਸੰਗਤਾਂ ਕਤਲਾਬਪੁਰ ਨੂੰ ਤਿਆਰੀ ਹੋਈ ਜੀ, ਗੁਰਾਂ ਨੂੰ ਕਹਿਣ ਸੰਗਤਾਂ। ਉਹ ਕਹਿੰਦੇ ਬਾਦਸ਼ਾਹੀ ਨੂੰ ਆਸਾਂ ਨੇ ਕੱਟਣਾ, ਨੀਹਾਂ ਨੂੰ ਕਾਲ ਕੇ ਰਾਜ ਹੈ ਮਲੇਸ਼ਾਂ ਦਾ ਜਿਹੜਾ ਚੋਂ ਪਟਣਾ, ਲਾਹੌਰ ਸੀਸ ਵਾਰ ਕੇ। ਉਹ ਉੱਚੀ ਹਸਤੀ ਦਾ ਸੀਸ ਹੋਰ ਹੋਣਾ ਹੈ, ਕੁਰਬਾਨੀ ਸਾਡੀ ਨੇ ਅੱਠਵਾਂ ਤੇ ਨੌਵਾਂ ਗੁਰੂ ਵੀ ਬਚਾਉਣਾ ਹੈ, ਜ਼ੁਲਮੀ ਤੇਗ ਡਾਡੀ ਨੇ। ਚੌਹਾਂ ਸਾਹਿਬਜ਼ਾਦਿਆਂ ਦਾ ਸੀਸ ਕੱਟਣਾ, ਨਾਲ ਤਲਵਾਰ ਕੇ
ਰਾਜ ਹੈ ਮਲੇਸ਼ਾਂ ਦਾ ਜਿਹੜਾ ਚੋਂ ਪਟਣਾ ਲਾਹੌਰ ਸੀਸ ਵਾਰ ਕੇ ਓ ਚੰਦੂ ਪਾਪੀਆਂ ਸਾਦੀ ਸੰਤਾਲੂ ਜਿੰਦ ਨੂੰ ਚੰਦੂ ਪਾਪੀ ਅਸਾਂ ਦੀ ਸਤਾਲੂ ਜਿੰਦ ਨੂੰ ਨਹੀਂ ਮੈਨੂੰ ਟੈਗ ਹੈ ਆਪੇ ਲੈ ਲੂ ਬਦਲਾ ਹਰੀ ਗੋਬਿੰਦ ਜੀ ਲਾਲ ਮੇਰਾ ਲੈਕ ਹੈ ਦੁਨੀਆ ਦੇ ਵਿੱਚੋਂ ਇਹੀ ਲਾਹਾ ਖੱਟਣਾ ਅਵਤਾਰ ਤਾਰ ਕੇ ਰਾਜ ਹੈ ਮਲੇਸ਼ਾਂ ਦਾ ਜਿਹੜਾ ਚੋਂ ਪਟਣਾ ਲਾਹੌਰ ਸੀਸ ਵਾਰ ਕੇ ਸਹਿਬਜ਼ਾਦਾ ਢਾਂਗ ਪਾਦੂ ਲੈ ਜਹਾਨ ਚ ਮੁਗਲਾਂ ਨੂੰ ਰੋੜ ਦੂ ਗੱਜੂ ਮਗ ਮਰਗ ਬਣ ਕੇ ਜਹਾਨ ਚ ਸ਼ਾਂਤ ਮੈਨੂੰ ਤੋੜ ਦੂ ਇਹੋ ਤੁਹਾਡਾ ਗੁਰੂ ਤੁਸੀਂ ਇਹਨੂੰ ਮੰਨਣਾ ਆਖ ਦੇ ਉਚਾਰ ਕੇ ਰਾਜ ਹੈ ਮਲੇਸ਼ਾਂ ਦਾ ਜਿਹੜਾ ਚੋਂ ਪਟਣਾ ਲਾਹੌਰ ਸੀਸ ਵਾਰ ਕੇ ਪੈਸੇ ਪੰਜ ਤੇਨ ਤੇਲ ਹੈ ਮਗਾ ਲਿਆ ਨਾਲ ਗਾਇਆ ਬਿੰਦ ਨੂੰ ਰੱਖ ਕੇ ਮੂਰੇ ਤੇ ਸੀਸ ਨੂੰ ਨਵਾ ਦਿੱਤਾ ਸੀ ਹਰ ਗੋਬਿੰਦ ਨੂੰ ਮੇਰੀ ਪੀਰੀ ਦੀਆਂ ਦੋਵੇਂ ਤੇਗਾਂ ਡਟਣਾ ਚਪਾਲੀਆਂ ਸ਼ਿੰਗਾਰ ਕੇ ਰਾਜ ਹੈ ਮਲੇਸ਼ਾਂ ਦਾ ਜਿਹੜਾ ਚੋਂ ਪਟਣਾ ਲਾਹੌਰ ਸੀਸ ਵਾਰ ਕੇ ਤੁਰ ਪਏ ਨੇ ਪੰਜੇ ਸਿੰਘ ਗੁਰੂ ਪਾਸ ਲੈ ਤੁਰ ਪਏ ਨੇ ਪੰਜੇ ਗੁਰੂ ਸਿੰਘ ਪਾਸ ਲੈ ਅੰਮ੍ਰਿਤ ਵੇਲਾ ਸੀ ਰੋਵਦੀ ਸੰਗਤ ਹੋਏ ਕੇ ਉਦਾਸ ਹੈ ਆਖਰ ਜੋ ਮੇਲਾ ਸੀ ਕਰਤਾਰ ਸਿੰਘਾਂ ਜਗ ਪਾਪਾਂ ਦਾ ਪਲੱਠਾ ਹੈ ਲਹੂ ਦੀ ਬੂੰਦ ਡਾਰ ਕੇ ਰਾਜ ਹੈ ਮਲੇਸ਼ਾਂ ਦਾ ਜਿਹੜਾ ਚ ਪਟਣਾ ਲਾਹੌਰ ਸੀਸ ਵਾਰ ਕੇ ਰਾਜ ਹੈ ਮਲੇਸ਼ਾਂ ਦਾ ਜਿਹੜਾ ਚੋਂ ਪਟਣਾ ਲਾਹੌਰ ਸੀਸ ਵਾਰ ਕੇ ਕਵੀ ਕਹਿੰਦਾ ਕਦੇ ਬਣਦੇ ਇਤਿਹਾਸ ਨਹੀਂ ਇਸ ਗੱਲੇ ਕਿ ਅਸੀਂ ਰਾਜਿਆਂ ਦੇ ਕਿੰਨੇ ਪੂਰ ਜੰਮੇ ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਹੈ ਕਿਹੜੀ ਕੌਮ ਨੇ ਕਿੰਨੇ ਮਨਸੂਰ ਜੰਮੇ ਮਿਲਦੇ ਮੌਤ ਨੂੰ ਗਲੀ ਜੋ ਹਾਰ ਪਾ ਕੇ ਜ਼ਿੰਦਗੀ ਵਿੱਚ ਨਾ ਉਹਨਾਂ ਦੇ ਹਾਰ ਵੇਖੀ ਜਿਹਦੀ ਝੋਲੀ ਸ਼ਹੀਦਾਂ ਦੇ ਫੁੱਲ ਬਹੁਤੇ ਉਸੇ ਕੌਮ ਦੇ ਬਾਗੀ ਬਹਾਰ ਵੇਖੀ ਧੰਨ ਹਨ ਪੰਚਮ ਪਾਤਸ਼ਾਹ ਮਹਾਰਾਜ ਆਪ ਮੌਤ ਵਰਨ ਵਾਸਤੇ ਅੰਮ੍ਰਿਤਸਰ ਦੀ ਧਰਤੀ ਤੋਂ ਲਾਹੌਰ ਵੱਲ ਰਵਾਨਾ ਹੋਏ ਨੇ ਸੰਗਤਾਂ ਅਦਾਸ ਹੋਈਆਂ ਨੇ ਅੱਖਾਂ ਚੋਂ ਨੀਰ ਡੋਲਦੇ ਨੇ ਸਤਿਗੁਰੂ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਸਾਡਾ ਪੁੱਤਰ ਹਰਗੋਬਿੰਦ ਇਹਨੂੰ ਸਾਡਾ ਹੀ ਰੂਪ ਸਮਝਣਾ ਅਸੀਂ ਹੁਣ ਲਾਹੌਰ ਚੱਲੇ ਆ ਜਹਾਂਗੀਰ ਪਾਤਸ਼ਾਹ ਦੀ ਚਿੱਠੀ ਆਈ ਜੇ ਨਾ ਪਹੁੰਚੇ ਤੇ ਉਹ ਸੋਚੇਗਾ ਕਿ ਪੰਚਮ ਪਾਤਸ਼ਾਹ ਮਹਾਰਾਜ ਮਰਨੋਂ ਡਰਦਾ ਹੈ ਬਾਬਾ ਕਬੀਰ ਕਹਿੰਦਾ ਕਬੀਰ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ ਸਤਿਗੁਰੂ ਮਹਾਰਾਜ ਆਪ ਅੰਮ੍ਰਿਤਸਰ ਦੀ ਧਰਤੀ ਤੋਂ ਪੰਜਾਂ ਸਿੱਖਾਂ ਦੇ ਨਾਲ ਤਿਆਰ ਹੋਏ ਨੇ ਸਿੱਖ ਕਿਹੜੇ ਨੇ ਬਾਬਾ ਬਿਧੀ ਚੰਦ ਜੀ ਬਾਬਾ ਪੈੜਾ ਜੀ ਬਾਬਾ ਪੋਖਾ ਜੀ ਬਾਬਾ ਬੁੱਢਾ ਜੀ ਆਦ ਪੰਜਾਂ ਸਿੱਖਾਂ ਨੂੰ ਨਾਲ ਲੈ ਕੇ ਪੰਚਮ ਪਾਤਸ਼ਾਹ ਮਹਾਰਾਜ ਅੰਮ੍ਰਿਤਸਰ ਦੀ ਧਰਤੀ ਤੋਂ ਰਵਾਨਾ ਹੋਏ ਨੇ ਚੱਲਦੇ ਹੋਏ ਸਤਿਗੁਰੂ ਮਹਾਰਾਜ ਲਾਹੌਰ ਦੀ ਧਰਤੀ ਤੇ ਪਹੁੰਚੇ ਨੇ ਸਿੱਧੂ ਜੱਟ ਦੇ ਘਰ ਸਤਿਗੁਰੂ ਮਹਾਰਾਜ ਸਿੱਧੂ ਜੱਟ ਦੇ ਘਰ ਜਦੋਂ ਪਹੁੰਚੇ ਨਾ ਸਿੱਧੂ ਜੱਟ ਮਨ ਹੀ ਮਨ ਇੰਨਾ ਖੁਸ਼ ਹੋਇਆ ਦੁਨੀਆ ਨੂੰ ਤਾਰਨਹਾਰੇ ਸਤਿਗੁਰੂ ਮਹਾਰਾਜ ਗਰੀਬ ਦੇ ਘਰ ਨੂੰ ਭਾਗ ਲਾਉਣ ਵਾਸਤੇ ਆ ਗਏ ਨੇ ਹੁਣ ਮੈਂ ਰੱਜ ਕੇ ਸੇਵਾ ਕਰਾਂਗਾ ਸੰਗਤਾਂ ਆ ਰਹੀਆਂ ਨੇ ਸਤਿਗੁਰੂ ਮਹਾਰਾਜ ਦੇ ਦਰਸ਼ਨ ਦਿਦਾਰੇ ਕਰਦੀਆਂ ਨੇ ਮੱਥਾ ਟੇਕਦੀਆਂ ਨੇ ਇਧਰ ਕਿਸੇ ਨੇ ਜਾ ਕੇ ਜਹਾਂਗੀਰ ਬਾਦਸ਼ਾਹ ਨੂੰ ਦੱਸਿਆ ਕਹਿੰਦੇ ਬਾਦਸ਼ਾਹ ਅੱਗੇ ਤੇ ਸਤਿਗੁਰੂ ਅੰਮ੍ਰਿਤਸਰ ਦੀ ਧਰਤੀ ਤੇ ਮੱਥੇ ਟਿਕਾਉਂਦਾ ਸੀ ਨਾ ਅੱਜ ਤੇ ਲਾਹੌਰ ਤੇਰੀ ਬਾਦਸ਼ਾਹੀ ਦੇ ਵਿੱਚ ਆ ਕੇ ਵੀ ਮੱਥੇ ਟਿਕਾਉਣ ਲੱਗ ਗਿਆ ਜਾ ਕੇ ਤਾਂ ਵੇਖੋ ਉਸੇ ਵੇਲੇ ਜਹਾਂਗੀਰ ਬਾਦਸ਼ਾਹ ਨੇ ਵਜ਼ੀਰ ਖਾਨ ਨੂੰ ਕੋਲ ਸੱਦਿਆ ਹੁਕਮ ਦਿੱਤਾ ਹੁਣੇ ਹੀ ਪੰਚਮ ਪਾਤਸ਼ਾਹ ਮਹਾਰਾਜ ਨੂੰ ਸੱਦ ਕੇ ਲਿਆਂਦਾ ਜਾਵੇ ਵਜ਼ੀਰ ਖਾਨ ਸਤਿਗੁਰੂ ਮਹਾਰਾਜ ਦੇ ਚਰਨਾਂ ਦਾ ਭੌਰਾ ਸੀ ਗੁਰੂ ਪਿਆਰਿਓ ਚਰਨਾਂ ਦਾ ਭੌਰਾ ਸੀ ਪਰ ਬਾਦਸ਼ਾਹ ਦਾ ਹੁਕਮ ਜਾ ਕੇ ਸਤਿਗੁਰੂ ਮਹਾਰਾਜ ਨੂੰ ਦੱਸਿਆ ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੂੰ ਜਹਾਂਗੀਰ ਬਾਦਸ਼ਾਹ ਯਾਦ ਕਰਦੇ ਨੇ ਕਹਿੰਦੇ ਛੇਤੀ ਆਓ ਸਤਿਗੁਰੂ ਮਹਾਰਾਜ ਪੰਚਮ ਪਾਤਸ਼ਾਹ ਮਹਾਰਾਜ ਸਿੱਧੂ ਜੱਟ ਦੇ ਘਰੋਂ
ਜਹਾਂਗੀਰ ਦੇ ਦਰਬਾਰ ਵਿੱਚ ਪਹੁੰਚੇ ਨੇ। ਜਾ ਕੇ ਜਹਾਂਗੀਰ ਬਾਦਸ਼ਾਹ ਨੇ ਆਪਣੇ ਮੁਰਸ਼ਦ ਵਾਲੀ, ਆਪਣੇ ਗੁਰੂ ਵਾਲੀ ਚੰਦਨ ਦੀ ਚੌਂਕੀ ਢਾਈ, ਉੱਤੇ ਸਤਿਗੁਰੂ ਮਹਾਰਾਜ ਨੂੰ ਬਿਠਾਇਆ, ਬੜੇ ਆਦਰ ਸਤਿਕਾਰ ਦੇ ਨਾਲ ਸੇਵਾ ਕੀਤੀ ਤੇ ਕਹਿਣ ਲੱਗਾ, ਮਹਾਰਾਜ ਤੁਹਾਡੇ ਨਾਲ ਕੁਝ ਬਚਨ ਬਲਾਸ ਕਰਨੇ ਨੇ। ਸਤਿਗੁਰੂ ਮਹਾਰਾਜ ਕਹਿੰਦੇ, ਬਾਦਸ਼ਾਹ ਅੰਮ੍ਰਿਤਸਰ ਦੀ ਧਰਤੀ ਤੋਂ ਚੱਲ ਕੇ ਤੁਹਾਡੇ ਨਾਲ ਬਚਨ ਬਲਾਸ ਕਰਨ ਵਾਸਤੇ ਤੇ ਆਇਆ, ਕਰੋ, ਕਿਹੜੇ ਕਰਨੇ ਨੇ। ਜਹਾਂਗੀਰ ਬਾਦਸ਼ਾਹ ਨੇ ਪਹਿਲਾ ਬਚਨ ਸਤਿਗੁਰੂ ਮਹਾਰਾਜ ਤੇ ਜਿਹੜਾ ਕੀਤਾ, ਕਹਿਣ ਲੱਗਾ, ਮਹਾਰਾਜ ਮੇਰਾ ਪੁੱਤਰ ਖੁਸਰੋ ਜਦੋਂ ਭੱਜਾ ਸੀ ਬਗਾਵਤ ਕਰਕੇ, ਉਹ ਇੱਥੋਂ ਚੱਲਦਾ ਹੋਇਆ ਗੋਂਦਵਾਲ ਦੀ ਧਰਤੀ ਤੇ ਪਹੁੰਚਾ, ਤੁਸਾਂ ਨੂੰ ਕੋਲ ਬਿਠਾ ਕੇ ਲੰਗਰ ਛਕਾਇਆ, ਤੁਰਨ ਲੱਗੇ ਨੂੰ ਮਾਇਆ ਦਿੱਤੀ ਤੇ ਗੁਰਿਆਈ ਦਾ ਤਿਲਕ ਦਿੱਤਾ ਕਿ ਤੁਸਾਂ ਕਿਹਾ ਸੀ ਇੱਕ ਦਿਨ ਪਿਤਾ ਦੀ ਗੱਦੀ ਦਾ ਮਾਲਕ ਤੂੰ ਬਣੇਗਾ। ਉਹਦੇ ਵਿੱਚ ਸਰਕਾਰ ਨੇ ਤੁਹਾਨੂੰ 2 ਲੱਖ ਰੁਪਇਆ ਜੁਰਮਾਨਾ ਲਿਖਿਆ, 2 ਲੱਖ ਉਹ ਜਮ੍ਹਾਂ ਕਰ ਦਿਓ ਸਰਕਾਰੀ ਖਜ਼ਾਨੇ ਵਿੱਚ। ਸਤਿਗੁਰੂ ਮਹਾਰਾਜ ਮੁਸਕਰਾਏ, ਕਹਿਣ ਲੱਗੇ, ਉਹ ਜਹਾਂਗੀਰ ਬਾਦਸ਼ਾਹ ਇਹ ਗੁਰੂ ਘਰ ਹੈ, ਗੁਰੂ ਨਾਨਕ ਦਾ ਦਰ ਹੈ, ਇੱਥੇ ਜੈਨੀ ਆਵੇ, ਬੋਧੀ ਆਵੇ, ਖੱਤਰੀ ਆਵੇ, ਮੁਸਲਮਾਨ ਆਵੇ, ਸਿੱਖ ਆਏ, ਈਸਾਈ ਆਵੇ, ਉਹ ਲੰਗਰ ਛਕ ਸਕਦਾ ਏ। ਇਹ ਗੁਰੂ ਘਰ ਦਾ, ਗੁਰੂ ਘਰ ਹੈ, ਗੁਰੂ ਨਾਨਕ ਦਾ ਘਰ ਹੈ, ਇੱਥੇ ਕਿਸੇ ਨੂੰ ਮਨਾਹੀ ਨਹੀਂ। ਜਿਹੜੀ ਗੱਲ ਤੂੰ ਕਹਿਣਾ ਪੈਸਿਆਂ ਵਾਲੀ, ਗੁਰੂ ਨਾਨਕ ਦੇ ਘਰ ਵਿੱਚੋਂ ਕਿਸੇ ਨੂੰ ਪੈਸਾ ਨਹੀਂ ਦਿੱਤਾ ਜਾਂਦਾ, ਇਹ ਗੁਰੂ ਘਰ 'ਚ ਲੱਗਦਾ ਏ। ਸਤਿਗੁਰੂ ਮਹਾਰਾਜ ਨੂੰ ਜਹਾਂਗੀਰ ਬਾਦਸ਼ਾਹ ਕਹਿੰਦਾ, ਮਹਾਰਾਜ ਦੂਸਰੀ ਗੱਲ, ਜਿਹੜਾ ਤੁਸੀਂ ਲਿਖਿਆ ਬਾਣੀ ਦਾ ਜਹਾਜ਼ ਜਿਹਨੂੰ ਕਹਿੰਦੇ ਹੋ, ਬਾਣੀ ਦਾ ਜਹਾਜ਼ ਸੰਗਤਾਂ ਨੂੰ ਤਾਰਨ ਵਾਸਤੇ ਆਇਆ, ਜਿਹੜਾ ਗੁਰੂ ਗ੍ਰੰਥ ਸਾਹਿਬ ਬਣਾਇਆ, ਇਹਦੇ ਵਿੱਚ ਤੁਸੀਂ ਹਜ਼ਰਤ ਮੁਹੰਮਦ ਸਾਹਿਬ ਦੇ 2 ਸ਼ਬਦ ਪਾ ਰਹੇ ਹੋ, ਬਾਕੀ ਗੱਲਾਂ ਤੁਹਾਡੀਆਂ ਮਾਫ ਕਰ ਦਿੱਤੀਆਂ ਜਾਣਗੀਆਂ। ਸਤਿਗੁਰੂ ਮਹਾਰਾਜ ਮੁਸਕਰਾਏ, ਕਹਿਣ ਲੱਗੇ, ਉਹ ਬਾਦਸ਼ਾਹ ਇਹ ਸਾਡੀ ਬਾਣੀ ਨਹੀਂ, ਇਹ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਇਹ ਅਕਾਲ ਪੁਰਖ ਦੀ ਬਾਣੀ ਹੈ, ਧੁਰ ਤੋਂ ਆਈ ਹੈ, ਇਹਦੇ ਵਿੱਚ ਇੱਕ ਅੱਖਰ ਪਾਇਆ ਨਹੀਂ ਜਾਂਦਾ ਤੇ ਇੱਕ ਅੱਖਰ ਕੱਢ ਨਹੀਂ ਸਕਦੇ। ਅਸੀਂ ਕਿਸੇ ਨੂੰ ਮਾੜਾ ਨਹੀਂ ਕਿਹਾ, ਇਹ ਅਕਾਲ ਪੁਰਖ ਨੇ ਜਿਹੜੀ ਧੁਰ ਕੀ ਬਾਣੀ ਪਾਈ ਉਹ ਲਿਖ ਦਿੱਤੀ ਗਈ। फिर जहांगीर बादशाह ने तीजा सवाल सतगुरु महाराज ते कीता, कहन लगा महाराज गद्दी ते हक पिरथी चंद दा सी, तुसी धक्की नाल खो लिया, पिरथी चंद नूं गुरियाई दे दित्ती जावे। सतगुरु महाराज मुस्कुराए कहन लगे बादशाह की दियां गल्लां गुरियाई दियां ते किन्ने धक्के ना खोया, पिता पुरखी गद्दी है, पिता जिन्नू चाहे अपनी जायदाद दे दे, जींदा जींदा कोई धक्के ना नहीं लै सकदा। पिता ने गुरियाई सानू दित्ती ते असीं गुरियाई कर रहे हां। चंदू दवान दी लड़की, फिर जहांगीर ने सवाल किया, कहने लगा चंदू दवान दी लड़की ओदा रिश्ता ते प्रवान करना ही पवेगा, वो अजे तक कुवारी घर विच बैठी है। सतगुरु महाराज मुस्कुराए कहने लगे बादशाह तू जो करना कर ले, चंदू दवान ने जो करना कर ले, सानू संगत ने लेके कह दिता कि इस हंकारी दा रिश्ता नहीं लिया जाएगा, ते संगत दा हुक्म असीं सिर मथे ते मनदे हां। संगत दा हिस्सा साडे तो एक उच्चा 21 दर्जे है, गुरु 20 दर्जे ते संगत 21 दर्जे। गुरु प्यारिओ जदों पंचम पातशाह महाराज लाहौर गए सी ना, ते तुसीं सुनिया है एक पट्ठे लाए सी गुरु के प्यारे ने, ते सतगुरु महाराज अरदास करदे सी इहदे पक्के बुद्धू दे पक्के पट्ठे हो जाण। ते लखू गुरु का सिख बाहर बैठा सी, उन्हें कुंडा खड़काया, कहने लगा गुरु का लंगर चलदा, गुरु का लंगर आपां लंगर भावें आप तैयार कीता होवे। जदों अरदास हुंदी है ना उह च की कहा जांदा, गुरु का लंगर, टहल सेवा सिखां दी ते लंगर गुरु का। अरदास होई गुरु का लंगर, ते वो कहंदा तेरे वर्गे पागल नूं अंदर ले जावां, गुरु महाराज लंगर छकदे ने, वो छक लैण फिर छकाया जाऊगा। जदों अरदास होई पंचम पातशाह महाराज कहन लगे बुद्धू दे आवे पक्के, ते लखू बाहर 3 वारा क्या महाराज कच्चे, बुद्धू दे आवे कच्चे। सतगुरु महाराज कहन लगे बुद्धू एक रब दा प्यारा बाहर साडे तो उच्ची हस्सी दा मालक, ओनू बाहर खिलारिया, तेरे आवे कच्चे रहणगे। कहन लगा महाराज ओ तुहाडे तो वड्डा। पंचम पातशाह महाराज वजद विच आए, मुस्कुराए, कहन लगे बुद्धू यही ते तेनू भेद नहीं, संगत 21 दर्जे ते गुरु घर 20 दर्जे है। संगत दा हुक्म गुरु नहीं टाल सकता, ते गुरु दा हुक्म संगत टाल सकती है। संगत गुरु दा लिखिया ओनू मोड़ सकती है, पर संगत दा